ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਜੀ। ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ। ਨੀਚਾ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਆਪ ਜੀਆਂ ਨੇ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਪਾਠ, ਗੁਰਬਾਣੀ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ ਸ਼ਬਦ ਵਿਚਾਰ ਨਾਲ ਜੁੜੀਏ। ਕਰੋ ਕਿਰਪਾ ਸਾਰੇ ਮਾਈ ਭਾਈ ਅਸੀਸ ਬਖਸ਼ੋ, ਪਿਆਰ ਸਹਿਤਾ ਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਧ ਸੰਗਤ ਜੀ ਜੋ ਸ਼ਬਦ ਆਪ ਜੀ ਦੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ, ਆਪ ਜੀ ਨੂੰ ਯਾਦ ਆ ਗਿਆ ਹੋਵੇਗਾ ਕਿ ਕੁਝ ਹਫ਼ਤਿਆਂ ਤੋਂ ਆਪਾਂ ਭਗਤਾਂ ਦੀ ਬਾਣੀ ਦੇ ਵਿੱਚੋਂ ਸ਼ਬਦ ਲੈ ਕੇ ਉਸ ਤੇ ਵਿਚਾਰ ਕਰ ਰਹੇ ਹਾਂ। ਅੱਜ ਦਾ ਸ਼ਬਦ ਭਗਤ ਰਵਿਦਾਸ ਜੀ ਦਾ ਹੈ, ਰਾਗ ਮਾਰੂ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1106 ਦੇ ਉੱਤੇ ਇਹ ਸ਼ਬਦ ਸੁਭਾਏਮਾਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਹੈ ਸਾਧ ਸੰਗਤ, ਉਸ ਵੇਲੇ ਭਗਤਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਦਰਜ ਕੀਤਾ ਆਪਣੇ ਹੱਥੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਭਗਤਾਂ ਦੀ ਬਾਣੀ ਦਰਜ ਕਰਦੇ ਨੇ, ਇਹ ਗੱਲ ਦਾ ਖਿਆਲ ਰੱਖਿਓ ਜੇ ਸਾਧ ਸੰਗਤ ਬਾਣੀ ਪੜ੍ਹਨ ਵਾਲਿਆਂ ਨੂੰ ਜ਼ਰੂਰ ਪਤਾ ਹੋਏਗਾ ਇਸ ਬਾਰੇ। ਜਦੋਂ ਵੀ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ, ਚਾਹੇ ਕੋਈ ਸ਼ਬਦ ਸ਼ੁਰੂ ਹੁੰਦਾ ਹੈ, ਉਹਦੇ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਜ਼ਰੂਰ ਆਏਗਾ। ਜਾਂ ਪੂਰਾ ਮੰਗਲ ਵੀ ਆ ਸਕਦਾ ਹੈ, ਛੋਟੇ ਰੂਪ ਵਿੱਚ ਵੀ ਆ ਸਕਦਾ ਹੈ। ਇਹਦਾ ਕਾਰਨ ਕੀ ਹੈ? ਸਤਿਗੁਰੂ ਮਹਾਰਾਜ ਜੀ ਦੇ ਵਿੱਚ ਇੱਕ ਬਹੁਤ ਵੱਡੀ ਸਿੱਖਿਆ ਦੇ ਰਹੇ ਨੇ। ਬਾਣੀ ਭਾਵੇਂ ਕਿਸੇ ਵੀ ਭਗਤ ਦੀ ਹੋਵੇ, ਉਥੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖਿਓ, ਜਿਹੜੀ ਵਿਚਾਰਧਾਰਾ ਇੱਕ ਓੰਕਾਰ ਵਾਲੀ ਹੈ ਨਾ, ਉਹੀ ਵਿਚਾਰਧਾਰਾ ਸਾਰੀ ਬਾਣੀ ਵਿੱਚ ਚੱਲਦੀ ਪਈ ਹੈ। ਚਾਹੇ ਉਹ ਕਿਸੇ ਭਗਤ ਦੀ ਬਾਣੀ ਹੈ, ਚਾਹੇ ਉਹ ਕਿਸੇ ਗੁਰਸਿੱਖ ਦੀ ਬਾਣੀ ਹੈ, ਚਾਹੇ ਗੁਰੂ ਸਾਹਿਬਾਨਾਂ ਦੀ ਬਾਣੀ, ਚਾਹੇ ਭੱਟਾਂ ਦੀ ਬਾਣੀ ਹੈ। ਵਿਚਾਰ ਸਾਰੀ ਦੀ ਸਾਰੀ ਇੱਕ ਦੇ ਨਾਲ ਜੁੜੀ ਹੋਈ ਹੈ, ਇੱਕ ਧੁਰੇ ਦੇ ਸਾਰੀ ਦੁਆਲੇ ਚੱਲਦੀ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਕੁਝ ਹੋਰ ਕਹੀ ਜਾਂਦੇ ਆ ਤੇ ਰਵਿਦਾਸ ਜੀ ਕੁਝ ਹੋਰ ਕਹੀ ਜਾਂਦੇ, ਕਬੀਰ ਸਾਹਿਬ ਕੁਝ ਹੋਰ ਆਖੀ ਜਾਂਦੇ ਆ ਤੇ ਬਾਬਾ ਫਰੀਦ ਸਾਹਿਬ ਕੁਝ ਹੋਰ ਆਖੀ ਜਾਂਦੇ, ਭੱਟ ਸਾਹਿਬਾਨ ਕੁਝ ਆਖੀ ਜਾਂਦੇ, ਬਾਬਾ ਸੁੰਦਰ ਕੁਝ ਆਖੀ ਜਾਂਦੇ। ਐਸਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਹਾਨੂੰ ਨਜ਼ਰ ਨੇਗਾ। ਹਾਂ, ਸਾਡੀ ਬੁੱਧੀ, ਸਾਡੀ ਮਤ, ਸਾਡੀ ਸੋਚ ਆਪਣੇ ਢੰਗ ਨਾਲ ਆਪਣੇ ਮਫਾਦਾਂ ਵਾਸਤੇ ਕੋਈ ਅਰਥ ਕੱਢ ਕੇ ਆਪ ਬਹਿ ਜਾਵੇ, ਉਹ ਗੱਲ ਇੱਕ ਵੱਖਰੀ ਹੈ। ਆਪਣੇ ਢੰਗ ਨਾਲ ਕੋਈ ਬੰਦਾ ਨੂੰ ਜਿੱਧਰ ਮਰਜ਼ੀ ਲੈ ਜਾਵੇ, ਉਹ ਗੱਲ ਇੱਕ ਵੱਖਰੀ ਹੈ। ਪਰ ਹਾਂ, ਬਾਣੀ ਪੜ੍ਹਨ ਵਾਲੇ ਸੂਝਵਾਨਾਂ ਨੂੰ ਜ਼ਰੂਰ ਪਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਬਾਣੀ ਦੇ ਵਿੱਚ ਕਦੇ ਵੀ ਸਾਧ ਸੰਗਤ ਕੋਈ ਸ਼ਬਦ ਸਾਡੀ ਸਮਝ ਵਿੱਚ ਨਾ ਆਵੇ ਤਾਂ ਗੱਲ ਵੱਖਰੀ ਹੈ। ਪਰ ਕਿਤੇ ਤੁਹਾਨੂੰ ਇਹ ਨਹੀਂ ਹੋਵੇਗਾ ਕਿ ਆਹ ਕੀ ਇੱਥੇ ਤਾਂ ਭਗਤ ਸਾਹਿਬਾਨ ਤਾਂ ਕੁਝ ਹੋਰ ਕਹੀ ਜਾਂਦੇ ਆ,
गुरु साहब कोल रखी जाते, कदे तुहानूं गुरु ग्रंथ साहब 'ਚ ऐसा लभेगा नहीं। कई बार साडी समझ विच नहीं पैंदी गल ते असीं उसनूं कह सकदे हां, पर जदों ਉਹਦੀ ਡੰਗਿਆਈ ਵਿੱਚ ਜਾਵਾਂਗੇ ਗੱਲ समझ ਵਿੱਚ आ जाए कि नहीं गुरु साहब भी ਉਹੀ ਗੱਲ ਕਰਦੇ ਆ, भगत साहबान भी ਉਹੀ ਗੱਲ ਕਰਦੇ। आओ भगत रविदास जी का शब्द है, राग मारू बाणी रविदास जियो की। ਹੁਣ ਜਦੋਂ जियो शब्द आ जाता ना साध संगत जी, जिन्हां नूं शूद्र कहा जाता है, नीच कहा जाता है, जिन्हां वास्ते ये है कि ये तो खूह के उत्ते जाके पानी भी नहीं भर सकते, जिन्हां वास्ते ये सीगा कि ये तो जे किते वेदां दे पाठ नूं कन्नां नाल सुणन ते शिक्का घोल के कन्नां 'ਚ पा दिओ, जे जुबान तो बोलण ते इन्हां दी जुबान कट दिओ। मैं नहीं कह रहा, उन्हां धर्मां दे ग्रंथ कहिंदे ने कि रामचंद्र ने खुद एक संबूक नाम दे शूद्र नूं जाके जंगल 'ਚ कतल कर दिता, क्योंकि शूद्र सी रब दा नाम लैंदा सी। उन्हां दे धर्म ग्रंथ ही कहिंदे ने। सतगुरु महाराज ने शब्द वरत्या, कहण लगे रविदास जियो की। ये बई जिहड़ा शब्द है बाणी है भगत रविदास जी दी है। कितना प्यार वाला शब्द वरत्या, जियो सत्कार वजों सतगुरु महाराज जी कह रहे हैं। एक ओंकार सतगुर प्रसाद, ये अर्थ कई बार आपां कीते ते सुने हैं। परमात्मा एक ही है, सतगुरु की कृपा नाल उहदी समझ पैंदी है, सोझी पैंदी है। पहलियां ही रहाओ वालियां पंक्तियां ने, ऐसी लाल तुझ बिन कौन करै, गरीब नवाज गुसैया मेरा माथा छतर धरै। हुण साध संगत ऐसी लाल, लाल शब्द बड़ा प्यारा शब्द है, सतगुरु जी ने बाणी च वरत्या है। मेरे लाल जियो तेरा अंत न जाना, तू जल थल महियल भरपुर लीना, तू आपे सर्व समाना। जा लाल रंगीले प्रीतम मन मोहन, तेरे दर्शन को होवारे। सतगुरु महाराज जी उत्थे लाल, ये लाल शब्द परमात्मा वास्ते है, परमेश्वर वास्ते है। वो एक कह लो कि भगतां दी मौज विचों निकलिया होया शब्द है। हे मेरे लाल, हे मेरे सज्जन, हे मेरे प्रीतम, हे मेरे प्रभु, हे मेरे बीटल, हे मेरे ठाकुर, हे मेरे हरि, ये सारे शब्द परमात्मा वास्ते ने। कहंदे तेरे तो बिना कृपा कौन कर सकदा सी, तेरे तो बिना रहमत कौन वरता सकदा सी, तेरे तो बिना कृपा किवें वरत सकदी सी ऐसी। लाल तुझ बिन कौन करे गरीब निवाज, गरीबां नूं निवाजन वालिया, साडे सिरां उत्ते छतर चढ़ाउण वालिया, तेरे तो बिना साडे सिर ते छतर कौन चढ़ा सकदा सी। आओ थोड़ा जिहा तकीए साध संगत, जदों उन्हां हालातां नूं असीं देखदे हां, ਜਿਹੜੇ ਹਾਲਾਤਾਂ ਵਿੱਚ ਭਗਤ ਜੀ ਦੇ ਸ਼ਬਦ ਉਚਾਰਨ ਕਰਦੇ ਪਏ ਨੇ, ਉਹ ਸਮਾਂ ਸਾਧ ਸੰਗਤ ਜੀ ਉਹ ਹੈ ਜਦੋਂ ਵਰਨ ਵੰਡ ਦਾ ਪੂਰਾ ਜ਼ੋਰ ਹੈ। ਇਹ ਸਮਾਂ ਉਹ ਹੈ ਜਦੋਂ ਚਾਰ ਸ਼੍ਰੇਣੀਆਂ, ਚਾਰ ਹਿੱਸਿਆਂ 'ਚ ਮਨੁੱਖ ਨੂੰ ਵੰਡਿਆ ਗਿਆ ਹੈ। ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਸ਼ੂਦਰ ਹੈ। ਜਿਹੜਾ ਸ਼ੂਦਰ ਉਹਦੇ ਬਾਰੇ ਤਾਂ ਇੱਥੋਂ ਤੱਕ ਵੀ ਮਨੁ ਸਿਮਰਤੀ ਵਰਗੇ ਗ੍ਰੰਥ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਸ਼ੂਦਰ ਹੈ ਇਹਨੂੰ ਕੋਈ ਹੱਕ ਨਹੀਂ ਕਿ ਜਾ ਕੇ ਸਾਂਝੀ ਜਗ੍ਹਾ ਤੇ ਬੈਠ ਸਕੇ ਜਾਂ ਪਾਣੀ ਪੀ ਸਕੇ। इथों तक मनु सिमरती कहती है, जे शूद्र बंदे ने दिन के टाइम से चलना होवे तो वह अपने पिछे एक छापा बन के, छापा आप समझते हैं ना, सारे समझते आप किकर दा वड्डिया होया जिहड़ा टाणी है वो अपने पिछे बन के चले, ताकि जिस रस्ते से चलेगा ब्राह्मण को पता लगता जाएगा शूद्र इधर जा रहा, ब्राह्मण पासा कर जाएगा। जे रात को चलना हो तो गल में टल पा के, टली पा के गल में चले, ताकि वो खड़ाक का पता लग जाए भी इधर शूद्र चलता। जिन्होंने हालातों के इहो जिहा समा होएगा, उन्होंने टाइमां ते भगत रविदास जी वर्गा कह रहा है, वो कहता ऐसी लाल तुझ बिन कौन करे, परमात्मा तेरे तो बिना कौन कृपा कर सकता सी। गरीब नवाज गुसैया मेरा माथे छतर धरै, तू मेरे सिर ते छतर रख दिता है। उन्हां दी बाणी विच कुछ कहांगा। भगत रविदास जी कहते हैं, बड़ी डंके की चोट ते कहते हैं, वेखो इत्थे असीं जात पात की गल नहीं कर लगे भी असीं जात पात नूं मनना है, पर हाँ बाणी विच जिहड़े शब्द वरते ने ना भगतां ने अपने नां दे नाल जात लैके, वो इस करके उन्हां वरते सी कि संसार दे लोगों मैं कबूल करदा कि मैं शूद्र हाँ, क्षमा करियो, मैं कबूल करदा कि मैं जिहड़ा है वो चमियार हाँ, मैं ये मनदा हाँ कि मैं शिंबा हाँ, मैं मनदा कि मैं जुलाया हाँ। ਇਹਦਾ मतलब जात पात की गल उत्थे ये नहीं कि जात पात नूं मन रहे हैं, हाँ लोगों को दसन वास्ते कहते ने, तुसीं कहंदे हो शूद्र रब दा नां नहीं लै रहा। रविदास कहंदा मैं डंके की चोट ते कहना कि मैं चमियारां दा मुंडा जे ते मैं रब दा नां लैंदा, आओ जो मेरा करना कर लो। मैं बाणी चों कह लग्या, वो कहंदा नागर जना, नागर जना का मतलब की है नगर दे लोगों। हुण भर जवानी जोगन विच है रविदास भगत, नागर जना मेरी जात बखियात चमारन,
ਐ ਨਗਰ ਦੇ ਲੋਕੋ ਮੈਂ ਮੰਨਦਾ ਜੇ ਕਿ ਮੈਂ ਚਮਿਆਰਾਂ ਦਾ ਮੁੰਡਾ ਹਾਂ। ਮੈਂ ਕਦੋਂ ਕਹਿਣਾ ਕਿ ਨਹੀਂ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰਨ। ਪਰ ਅਗਲੀ ਗੱਲ ਤੁਸੀਂ ਨਹੀਂ ਨਗਰ ਵਾਲੇ ਸਮਝਦੇ ਕਿ ਹਿਰਦੇ ਰਾਮ ਗੋਬਿੰਦ ਗੁਣ ਸਾਰੰਗ, ਹਿਰਦੇ ਵਿੱਚ ਤਾਂ ਰੱਬ ਬੈਠਾ ਮੇਰੇ, ਹਿਰਦੇ ਵਿੱਚ ਰਮਿਆ ਹੋਇਆ ਰਾਮ ਬੈਠਾ ਮੇਰੇ। ਅਗਲਾ ਇਸੇ ਵਿੱਚੋਂ ਇੱਕ ਉਹਨਾਂ ਨੇ ਹੋਰ ਪੰਕਤੀ ਕਹਿ ਲੱਗਿਆ ਇਸੇ ਸ਼ਬਦ ਵਿੱਚੋਂ, ਜਿਹਦੇ ਵਿੱਚ ਕਹਿੰਦੇ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰਨ। ਇਸੇ ਵਿੱਚ ਉਹਨਾਂ ਦਾ ਇੱਕ ਬਚਨ ਹੈ, ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ। ਕੁੱਟ ਬਾਂਡਲਾ ਪਤਾ ਕੀ ਕਹਿੰਦੇ ਨੇ ਸੱਸ, ਇਹਦਾ ਮਤਲਬ ਕੀ ਹੈ? ਕਹਿਣ ਲੱਗੇ ਮੈਂ ਚਮੜੇ ਦਾ ਕੰਮ ਕਰਦਾ, ਚੰਮ ਨੂੰ ਕੁੱਟਦਾ ਹਾਂ, ਚੰਮ ਕੁੱਟ ਕੇ ਉਸ ਚੰਮ ਦੀਆਂ ਮੈਂ ਜੁੱਤੀਆਂ ਤਿਆਰ ਕਰਦਾ ਬਣਾਉਂਦਾ ਹਾਂ। ਕਹਿੰਦੇ ਮੇਰਾ ਕੰਮ ਹੈ, ਮੇਰੀ ਇਹ ਕਿਰਤ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਮਰੇ ਹੋਏ ਪਸ਼ੂ ਢੋਣੇ। ਤੇ ਕਰਦਾ ਕੀ ਹੈ, ਕਿੱਥੇ ਕੰਮ ਕਰਦਾ? ਨਿਤੈ ਬਨਾਰਸੀ ਆਸ ਪਾਸਾ, ਮੈਂ ਬਨਾਰਸ ਦੇ ਆਸ ਪਾਸੇ ਕੰਮ ਕਰਦਾ ਸਾਰੇ। ਪਰ ਕਹਿਣ ਲੱਗੇ ਜਦੋਂ ਪ੍ਰਮਾਤਮਾ ਦੀ ਐਸੀ ਲਾਲ ਉਹਦੀ ਕਿਰਪਾ ਹੋ ਗਈ, ਛਤਰ ਸਿਰ ਤੇ ਝੁੱਲ ਗਿਆ ਪ੍ਰਮਾਤਮਾ ਦਾ। ਰਵਿਦਾਸ ਭਗਤ ਕਹਿੰਦਾ ਜਿਹੜੇ ਮੈਨੂੰ ਮੰਦਰਾਂ ਚੋਂ ਧੱਕੇ ਮਾਰ ਕੇ ਬਾਹਰ ਕੱਢਦੇ ਸੀ, ਉਹ ਮੇਰੇ ਦੇ ਵਿੱਚੋਂ ਰੱਬ ਨੂੰ ਤੇ ਬਾਹਰ ਨਹੀਂ ਕੱਢ ਸਕੇ। ਅੱਜ ਉਹੀ ਵਿਪਰਾਂ ਦੇ ਪ੍ਰਧਾਨ ਮੁਖੀ ਆ ਕੇ ਮੇਰੇ ਚਰਨਾਂ ਉੱਤੇ ਮੱਥਾ ਹੀ ਨਹੀਂ ਟੇਕਦੇ, ਕਹਿੰਦੇ ਡੰਡੌਤਾਂ ਕਰਦੇ ਨੇ। ਡੰਡੌਤ ਪਤਾ ਕਿਹਨੂੰ ਕਹਿੰਦੇ? ਪੂਰਾ ਲੰਮੇ ਪੈ ਜਾਣਾ। ਰਵਿਦਾਸ ਕਹਿੰਦਾ ਮੇਰੇ ਅੱਗੇ ਆ ਕੇ ਪੂਰੇ ਦੇ ਪੂਰੇ ਲੰਮੇ ਪੈ ਜਾਂਦੇ ਨੇ। ਪਰਮਾਤਮਾ ਜਿਹਨੂੰ ਮੰਦਰਾਂ 'ਚੋਂ ਧੱਕੇ ਪੈਣ, ਜਿਹਨੂੰ ਤੁਰ ਲੱਗਿਆ ਛਾਪਾ ਪਿੱਛੇ ਬੰਨਣਾ ਪਵੇ, ਜਿਹਨੂੰ ਰਾਤ ਨੂੰ ਚੱਲਣ ਲੱਗਿਆ ਗਲ 'ਚ ਟੱਲ ਪਾਉਣਾ ਪਵੇ, ਜਿਸ ਬੰਦੇ ਨੂੰ ਖੂਹ ਤੋਂ ਪਾਣੀ ਪੀਣ ਦੀ ਕੋਈ ਆਗਿਆ ਨਾ ਹੋਵੇ, ਉਹਦੇ ਅੱਗੇ ਆ ਕੇ ਇੱਕ ਬ੍ਰਾਹਮਣ ਉੱਚ ਜਾਤੀ ਵਾਲਾ ਜਿਹੜਾ ਆਪਣੇ ਆਪ ਨੂੰ ਕਹਿੰਦਾ, ਉਹਨਾਂ ਦਾ ਵੀ ਮੁਖੀ ਬੰਦਾ ਆ ਕੇ ਮੇਰੇ ਅੱਗੇ ਡੰਡੌਤਾਂ ਕਰੇ। ਪਰਮਾਤਮਾ ਐਸੀ ਲਾਦ ਤੁਝ ਬਿਨ ਕੌਣ ਕਰੇ, ਤੇਰੇ ਤੋਂ ਬਿਨਾਂ ਕੌਣ ਵਰਤਾ ਸਕਦਾ ਸੀ ਖੇੜੇ। ਕਹਿ ਲਗੇ ਮੇਰੀ ਜਾਤ ਕੁੱਟ ਬਾਂਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਅਬ ਵਿਪਰ ਪ੍ਰਧਾਨ ਤੈ ਕਰੇ ਡੰਡੌਤ। ਵਿਪਰ ਪ੍ਰਧਾਨ ਵਿਪਰਾਂ ਦਾ ਮੁਖੀ ਕਰੇ ਡੰਡੌਤ। ਰੱਬਾ ਜਦੋਂ ਡੰਡੌਤ ਆ ਕੇ ਕਰਦਾ ਸੀ ਤੇ ਉਦੋਂ ਮੈਂ ਕੀ ਕੀਤਾ ਭਲਾ? ਜਦੋਂ ਆ ਕੇ ਮੁਖੀ ਨੇ ਡੰਡੌਤ ਕੀਤੀ ਰੱਬ ਜੀ, ਤਾਂ ਮੈਂ ਇਹ ਨਹੀਂ ਕਿਹਾ ਵੀ ਵੇਖ ਝੁਕਾ ਦਿੱਤਾ ਕਿ ਨਹੀਂ, ਮੈਂ ਇਹ ਨਹੀਂ ਕਿਹਾ। ਮੈਂ ਉਦੋਂ ਇਹ ਆਖਿਆ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਰੱਬ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਸੀ ਤਾਂ ਇਹ ਕਿਰਪਾ ਤੇ ਰਹਿਮਤ ਵਰਤੀ ਹੈ। ਜੇ ਤੇਰੀ ਕਿਰਪਾ ਰਹਿਮਤ ਨਾ ਵਰਦੀ ਤਾਂ ਇਹ ਕੁਝ ਕਿਵੇਂ ਹੁੰਦਾ? ਉਹਨਾਂ ਦਾ ਇੱਕ ਬਚਨ ਕਹਿ ਲੱਗਿਆ ਰਵਿਦਾਸ ਭਗਤ ਜੀ ਦਾ, ਉਹ ਕਹਿਣ ਲੱਗੇ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਰੱਬ ਜੀ। ਇਹ ਲੋਕ ਫਰਕ ਪਾਉਣ ਤੇ ਭਾਵੇਂ ਪਾਈ ਜਾਣ, ਪਰ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਹੈ। ਹੁਣ ਵੇਖੋ ਇੱਕ ਰਵਿਦਾਸ ਭਗਤ ਵਰਗਾ ਰੱਬ ਨੂੰ ਕਹਿ ਰਿਹਾ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਤੇ ਉਦਾਹਰਨ ਦੇ ਕੇ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਜਿਵੇਂ ਸੋਨੇ ਦਾ ਤੇ ਸੋਨੇ ਤੋਂ ਬਣਿਆ ਗਹਿਣਿਆਂ ਦਾ ਕੋਈ ਅੰਤਰ ਨਹੀਂ ਹੁੰਦਾ, ਇੱਕ ਹੀ ਹੈ। ਉਹਦੇ ਨਾਮ ਵੱਖਰੇ ਵੱਖਰੇ ਹੋ ਸਕਦੇ ਹੈ, ਪਰ ਸੋਨਾ ਤੇ ਸੋਨੇ ਦੇ ਬਣੇ ਗਹਿਣੇ ਹੈ ਤਾਂ ਸੋਨਾ ਹੀ ਹੈ ਨਾ। ਅਗਲੀ ਉਦਾਹਰਨ ਦਿੰਦੇ ਜਿਵੇਂ ਜਲ ਵਿੱਚ ਉੱਠੀ ਲਹਿਰ, ਜਲ ਦੀ ਤਰੰਗ ਜਲ ਦਾ ਹੀ ਰੂਪ ਹੈ। ਭਗਤ ਜੀ ਨੇ ਉਦਾਹਰਨਾਂ ਦੋ ਦਿੱਤੀਆਂ, ਕਹਿਣ ਲੱਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਨਕ ਕਟਕ ਜਲ ਤਰੰਗ ਜੈਸਾ। ਕਨਕ ਕਟਕ ਦਾ ਮਤਲਬ ਸੋਨਾ, ਸੋਨੇ ਤੋਂ ਬਣੇ ਗਹਿਣੇ, ਜਲ ਤੇ ਜਲ ਦੀਆਂ ਉੱਠੀਆਂ ਤਰੰਗਾਂ। ਰੱਬ ਜੀ ਤੇਰਾ ਤੇ ਮੇਰਾ ਇਸ ਤਰ੍ਹਾਂ ਦਾ ਸੰਬੰਧ ਹੈ, ਤੇਰਾ ਤੇ ਮੇਰਾ ਇਸ ਤਰ੍ਹਾਂ ਦਾ ਪਿਆਰ ਹੈ। ਜਦੋਂ ਗੁਰੂ ਕੀ ਬਾਣੀ 'ਚ ਦੇਖਦੇ ਆ ਨਾ ਤੇ ਭਗਤ ਸਾਹਿਬਾਨ ਨੇ ਕਿਹਾ ਹੇ ਵਾਹਿਗੁਰੂ ਪਰਮਾਤਮਾ ਜੀਓ, ਅਸੀਂ ਦੇਖਦੇ ਸਾਰਿਆਂ ਘਟਾਂ ਵਿੱਚ ਪਰਮਾਤਮਾ ਦਾ ਵਾਸਾ ਹੈ। ਉਹ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਹੈ। ਇਹਦਾ ਮਤਲਬ ਜੇ ਰੱਬ ਸਾਰੀਆਂ ਜਗ੍ਹਾ ਤੇ ਸਭ ਦੇ ਅੰਦਰ ਉਹਦੀ ਜੋਤ ਹੈ, ਫਿਰ ਕੌਣ ਉੱਚਾ ਕੌਣ ਨੀਵਾ, ਕੌਣ ਸ਼ੁੱਦਰ ਕੌਣ ਵੱਡਾ, ਕੌਣ ਛੋਟਾ, ਕੌਣ ਗੋਰਾ ਕੌਣ ਕਾਲਾ, ਸਾਰੇ ਅੰਦਰ ਤੇ ਜੋਤ ਤੇਰੀ ਵਰਤਦੀ ਪਈ ਹੈ। ਇੱਕ ਮੈਨੂੰ ਛੋਟੀ ਜੀ ਘਟਨਾ ਯਾਦ ਆਈ ਹੈ, ਇਸ ਗੱਲ ਨੂੰ ਬੜਾ ਕਲੀਅਰ ਕਰੇਗੀ। ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਦੀ ਇੱਕ ਕਿਤਾਬ ਹੈ, ਇੱਕ ਦੋਏ ਦੀਵੇ ਇੱਕ ਜੋਤ। ਬੜੀ ਪਿਆਰੀ ਕਿਤਾਬ ਹੈ ਇਹ। ਮੈਂ ਤਾਂ ਨਾਂ ਲੈਣ ਲੱਗਾ, ਸਾਡੇ ਅੰਦਰ ਅੱਜ ਰੁਚੀ ਖਤਮ ਹੋ ਗਈ ਪੜ੍ਹਨ ਦੀ। ਅੱਜ ਮੋਬਾਈਲ ਸਾਰਿਆਂ ਕੋਲੇ ਹੈਗਾ, ਜਿਹੜੀ ਚੀਜ਼ ਦੀ ਲੋੜ ਹੁੰਦੀ ਆਪਾਂ ਮੋਬਾਈਲ ਤੋਂ ਕੱਢ ਲੈਣੀ ਲੱਭ ਲੈਣੇ, ਪਰ ਕੁਝ ਚੀਜ਼ਾਂ ਨਹੀਂ ਸਾਨੂੰ ਮੋਬਾਈਲ ਤੋਂ ਮਿਲਦੀਆਂ। ਇਹ ਭਾਈ ਸਾਹਿਬ ਜੀ ਬਾਹਰ ਸਟਾਲ ਵੀ ਲਾਉਂਦੇ ਨੇ ਹਰ ਐਤਵਾਰ। ਜ਼ਰੂਰ ਕੋਸ਼ਿਸ਼ ਕਰਿਆ ਕਰੋ ਕੋਈ ਨਾ ਕੋਈ ਕਿਤਾਬ ਖਰੀਦ ਕੇ ਲੈ ਕੇ ਜਾਇਆ ਕਰੋ। ਤੁਸੀਂ ਪੜ੍ਹੋ, ਤੁਹਾਡੇ ਬੱਚੇ ਪੜ੍ਹਨ। ਇੱਕ ਤਾਂ ਗੁਰੂ ਘਰ ਨਾਲ ਜੁੜਨਗੇ, ਸਿੱਖੀ ਨਾਲ ਜੁੜਨਗੇ, ਇਤਿਹਾਸ ਦਾ ਪਤਾ ਲੱਗੇਗਾ, ਬਾਣੀ ਦਾ ਪਤਾ ਲੱਗੇਗਾ। ਖੈਰ ਜਿਹੜੀ ਮੈਂ ਗੱਲ ਕਹਿਣ ਲੱਗਿਆ, ਭਾਵੇਂ ਉਹਨਾਂ ਨੇ ਬੜਾ ਵਿਸਥਾਰ ਕੀਤਾ, ਮੈਂ ਸੰਖੇਪ ਜਿਹਾ ਉਹਦਾ ਜ਼ਿਕਰ ਕਰਨਾ ਹੈ। ਉਹ ਕਹਿੰਦੇ ਨੇ ਕਿ ਦੀਵਾਲੀ ਦਾ ਦਿਨ ਹੈ, ਬੜੇ ਸੋਹਣੇ ਢੰਗ ਨਾਲ ਗੱਲ ਸਮਝਾਈ ਉਹਨਾਂ ਨੇ। ਕਹਿੰਦੇ ਦੀਵਾਲੀ ਦਾ ਦਿਨ ਹੈ ਤੇ ਇੱਕ ਬੰਦੇ ਨੇ ਆ ਕੇ ਥੜੇ ਉੱਤੇ ਦੀਵਾ ਜਗਾ ਦਿੱਤਾ। ਉਹ ਸੀ ਬ੍ਰਾਹਮਣ ਦਾ ਪੁੱਤ, ਉਹਨੇ ਆ ਕੇ ਦੀਵਾ ਜਗਾ ਦਿੱਤਾ, ਦੀਵਾ ਜਗਦਾ ਪਿਆ। ਇੰਨੇ ਚਿਰ ਨੂੰ ਇੱਕ ਸ਼ੂਦਰ ਦਾ ਬੱਚਾ ਆਇਆ, ਬੇਟਾ ਆਇਆ, ਉਹਨੇ ਆ ਕੇ ਦੀਵਾ ਜਗਾ ਦਿੱਤਾ। ਬ੍ਰਾਹਮਣ ਦੇ ਮੁੰਡੇ ਨੇ
ਇੰਨੀ ਗੱਲ ਕਹੀ ਸ਼ੂਦਰ ਦੇ ਮੁੰਡੇ ਨੂੰ ਵੀ ਤੂੰ ਕੌਣ ਹੁੰਦਾ ਇੱਥੇ ਦੀਵਾ ਜਗਾਉਣ ਵਾਲਾ ਹੈ, ਤੇ ਉੱਚ ਜਾਤੀਆਂ ਵਾਲੇ ਜਗਾ ਸਕਦੇ ਆ, ਤੈਨੂੰ ਤਾਂ ਕੋਈ ਹੱਕ ਨਹੀਂ, ਅਧਿਕਾਰ ਨਹੀਂ ਹੈ। ਉਹਨੇ ਫੂਕ ਮਾਰੀ ਤੇ ਦੀਵਾ ਬੁਝਾ ਦਿੱਤਾ। ਜਦੋਂ ਬ੍ਰਾਹਮਣ ਦਾ ਮੁੰਡਾ ਚਲੇ ਗਿਆ, ਸ਼ੂਦਰ ਨੂੰ ਗੁੱਸਾ ਆ ਗਿਆ, ਉਹਨੇ ਫੂਕ ਮਾਰੀ, ਦੀਵਾ ਹੋਵੇ ਉਹਨੇ ਵੀ ਬੁਝਾ ਦਿੱਤਾ। ਦੋਨੋਂ ਦੀਵੇ ਬੰਦ ਹੋ ਗਏ। ਤੇ ਪਰਵਾਨਾ ਜੀ ਕਹਿੰਦੇ ਨੇ ਦੀਵੇ ਫਿਰ ਆਪਸ ਵਿੱਚ ਬੰਦ ਹੋਏ ਨਾ, ਜਦੋਂ ਬੁਝ ਗਏ ਤੇ ਜਿਹੜਾ ਦੀਵਾ ਸੀ ਉਹ ਦੂਜੇ ਦੀਵੇ ਨੂੰ ਕਹਿੰਦਾ ਭਰਾਵਾ ਹੈ ਤਾਂ ਆਪਾਂ ਦੋਵੇਂ ਭਰਾ ਹੀ ਆ, ਲੜੀ ਕਿਹੜੀ ਗੱਲੋਂ ਜਾਂਦੇ, ਵੇਖ ਤੂੰ ਵੀ ਜਗਦਾ ਸੀ ਮੈਂ ਵੀ ਜਗਦਾ ਸੀ, ਪਰ ਹੁਣ ਕੀ ਮਿਲਿਆ ਆਪਾਂ ਨੂੰ, ਬੁਝ ਤਾਂ ਆਪਾਂ ਦੋਵੇਂ ਗਏ ਨਾ, ਕੀ ਦੇ ਸਕਦੇ ਕਿਸੇ ਨੂੰ, ਆਪਾਂ ਭਰਾ ਸਕੇ। ਉਹ ਕਹਿਣ ਲੱਗਾ ਭਰਾ ਕਿਵੇਂ ਆਪਾਂ ਹੋਏ? ਕਹਿਣ ਲੱਗਾ ਜਦੋਂ ਘੁਮਿਆਰ ਮਿੱਟੀ ਲਿਆਇਆ, ਮਿੱਟੀ ਨੂੰ ਉਹਨੇ ਬਣਾਇਆ, ਗੋਇਆ, ਤਿਆਰ ਕੀਤਾ, ਉਸ ਮਿੱਟੀ ਤੋਂ ਦੀਵੇ ਬਣਾ ਦਿੱਤੇ ਉਹਨੇ। ਦੀਵੇ ਬਣਾ ਕੇ ਉਹਨੇ ਰੰਗ ਆਪਣੀ ਮਰਜ਼ੀ ਨਾਲ ਕਰਤਾ, ਤੇਰੇ ਤੇ ਥੋੜਾ ਜਿਹਾ ਵਧੀਆ ਕਰਤਾ, ਮੇਰੇ ਤੇ ਥੋੜਾ ਜਿਹਾ ਘਟੀਆ ਕਰਤਾ, ਮੈਨੂੰ ਕਾਲਾ ਬਣਾਤਾ, ਤੈਨੂੰ ਗੋਰਾ ਕਰ ਦਿੱਤਾ। ਤਾਂ ਉਹਦੀ ਮੌਜ ਸੀ ਨਾ ਰੰਗ ਕਰਨ ਵਾਲੇ ਦੀ, ਘੁਮਿਆਰ ਦੀ ਮੌਜ ਸੀ। ਉਹਨੇ ਜਿਸ ਤਰ੍ਹਾਂ ਦੇ ਭਾਂਡੇ ਬਣਾ ਲਏ, ਰੰਗ ਉਹਨੇ ਆਪਣੀ ਮਰਜ਼ੀ ਨਾਲ ਕੀਤਾ, ਉਹਦੇ ਅੰਦਰ ਕੋਈ ਵੈਰ ਥੋੜਾ ਹੁੰਦਾ, ਉਹਦੇ ਭਾਂਡੇ ਇਸ ਕਰਕੇ ਸੋਹਣੇ ਬਣਾਉਂਦਾ ਵੀ ਹੋਰ ਵੀ ਲੋਕੀ ਖਰੀਦ ਕੇ ਲੈ ਜਾਣ। ਉਹ ਵੈਰ ਨਾਲ ਭਾਂਡਿਆਂ ਉੱਤੇ ਰੰਗ ਨਹੀਂ ਕਰਦਾ। ਕਹਿਣ ਲੱਗਾ ਰੰਗ ਤੇਰੇ ਤੇ ਥੋੜਾ ਜਿਹਾ ਗੋਰਾ ਹੋ ਗਿਆ, ਮੇਰੇ ਤੇ ਕਾਲਾ ਹੋ ਗਿਆ, ਫਰਕ ਤੇ ਇੰਨਾ ਹੀ ਪਿਆ ਨਾ, ਪਰ ਹੈ ਆਪਾਂ ਭਰਾ ਦੋਵੇਂ। ਕਹਿਣ ਲੱਗਾ ਅਗਲੀ ਗੱਲ, ਤੈਨੂੰ ਬ੍ਰਾਹਮਣ ਖਰੀਦ ਕੇ ਲੈ ਗਿਆ, ਤੂੰ ਇਸ ਕਰਕੇ ਆਪਣੇ ਆਪ ਨੂੰ ਉੱਚੀ ਜਾਤੀ ਦਾ ਕਹੀ ਜਾਂਦਾ, ਮੈਨੂੰ ਸ਼ੂਦਰ ਖਰੀਦ ਕੇ ਲੈ ਗਿਆ ਤਾਂ ਤੂੰ ਮੈਨੂੰ ਸ਼ੂਦਰ ਕਹੀ ਜਾਂਦਾ। ਪਰ ਕੌਣ ਸੁਣਦਾ ਗਿਆਨ ਦੀਆਂ ਇਹੋ ਜਿਹੀਆਂ ਗੱਲਾਂ। ਅਜੇ ਇੰਨੀ ਗੱਲ ਹੋਈ, ਤੇਲ ਬੋਲ ਪਿਆ ਵਿੱਚੋਂ। ਤੇਲ ਕਹਿੰਦਾ, ਤੇਲ ਨੂੰ ਕਹਿੰਦਾ ਭਰਾਵਾ ਆਪਾਂ ਵੀ ਸਕੇ ਭਰਾ ਹੀ ਆ ਦੋਵੇਂ, ਲੜੀ ਕਿਉਂ ਜਾਂਦੇ ਆ? ਕਹਿੰਦਾ ਆਪਾਂ ਕਿਵੇਂ? ਕਹਿਣ ਲੱਗਾ ਵੇਖ ਸਰੋਂ ਇੱਕ ਤਿਆਰ ਆਪਾਂ ਇੱਕੇ ਥਾਂ ਹੋਏ, ਆਪਾਂ ਨੂੰ ਜਦੋਂ ਕਹਾਣੀ 'ਚ ਪੀੜਿਆ ਆਪਾਂ ਨੂੰ ਗਿਆ, ਦਰਦ ਤੇ ਆਪਾਂ ਨੂੰ ਇੱਕੋ ਜਿਹਾ ਹੀ ਹੋਇਆ ਨਾ, ਕਹਾਣੀ 'ਚ ਆਪਾਂ ਜਦੋਂ ਪੀੜੇ ਗਏ ਦੋਵੇਂ ਜਾਣੇ, ਫਿਰ ਤੇਲ ਬਣਿਆ। ਭਰਾਵਾ ਤੈਨੂੰ ਤੇਲ ਨੂੰ ਲੈ ਗਿਆ ਬ੍ਰਾਹਮਣ, ਤੂੰ ਇਸ ਕਰਕੇ ਉੱਚ ਜਾਤੀ ਦਾ ਕਹੀ ਜਾਂਦਾ, ਮੈਨੂੰ ਸ਼ੂਦਰ ਲੈ ਗਿਆ, ਮੈਨੂੰ ਤੂੰ ਸ਼ੂਦਰ ਕਹੀ ਜਾਂਦਾ। ਅਜੇ ਇਹ ਤੇਲ ਤਾਂ ਗੱਲ ਕਰਕੇ ਹਟੇ ਤੇ ਬੱਟੀ ਬੋਲ ਪਈ ਵਿੱਚੋਂ, ਬੱਟੀ ਸਮਝਦੇ ਆਪਾਂ ਰੂੰ ਦੀ, ਉਹ ਬੋਲ ਪਈ। ਉਹ ਕਹਿੰਦੇ ਆਪਾਂ ਕਾਹਦੇ ਵਾਸਤੇ ਲੜੀ ਜਾਂਦੇ, ਆਪਾਂ ਵੀ ਤਾਂ ਭਰਾ ਹੀ ਆ ਸਕੇ, ਭੈਣਾਂ ਹੀ ਸਕੀਆਂ, ਆਪਾਂ ਕੋ ਲੜੀ ਜਾਂਦੇ ਨੇ ਕਿਵੇਂ? ਕਹਿਣ ਲੱਗੇ ਵੇਖ ਨਰਮਾ ਉਹੀ, ਕਪਾਹ ਉਹੀ, ਇੱਕੇ ਬੂਟੇ ਨਾਲ ਆਪਾਂ ਲੱਥੇ, ਵੇਲ ਦੇ ਵਿੱਚ ਦੀ ਨਿਕਲੇ, ਉਸ ਸਾਨੂੰ ਤੁੰਬਾ ਕਰਕੇ ਉਡਾਇਆ ਗਿਆ, ਰੂਹ ਬਣ ਗਿਆ, ਵੱਟੀਆਂ ਤਿਆਰ ਹੋ ਗਈਆਂ, ਤੈਨੂੰ ਬ੍ਰਾਹਮਣ ਖਰੀਦ ਕੇ ਲੈ ਗਿਆ, ਮੈਨੂੰ ਸ਼ੂਦਰ ਖਰੀਦ ਕੇ ਲੈ ਗਿਆ, ਫਰਕ ਤਾਂ ਸਿਰਫ ਇੰਨਾ ਹੀ ਪਿਆ ਨਾ, ਹੈ ਤਾਂ ਆਪਾਂ ਇੱਕੋ ਹੀ ਆ ਨਾ। ਇੰਨੇ ਚਿਰ ਨੂੰ ਕੋਈ ਰਵਿਦਾਸ ਭਗਤ ਜੀ ਵਰਗਾ ਕੋਈ ਮਹਾਂਪੁਰਖ ਰੱਬ ਦਾ ਪਿਆਰਾ ਆਇਆ, ਉਹਨੇ ਵੇਖਿਆ ਵੀ ਇਹ ਦੀਵੇ ਕਿਉਂ ਲੜਦੇ ਪਏ ਨੇ, ਇਹ ਤੇਲ ਕਿਉਂ ਲੜਦੇ ਪਏ ਨੇ, ਬੱਤੀਆਂ ਕਿਉਂ ਲੜਦੇ ਪਏ, ਸਿਰਫ ਸਮਝਣ ਵਾਸਤੇ ਇਹ ਗੱਲ ਹੈ, ਇਹ ਕਿਉਂ ਲੜਦੇ ਪਏ ਨੇ। ਕਹਿੰਦੇ ਉਹਨੇ ਆਪਣੀ ਜੇਬ ਦੇ ਵਿੱਚੋਂ ਡੱਬੀ ਕੱਢੀ, ਮਾਚਿਸ ਕੱਢੀ, ਤੇ ਉਹ ਜਿਹੜਾ ਦੀਵਾ ਸੀ ਨਾ ਸ਼ੂਦਰ ਵਾਲਾ, ਉਹਨੂੰ ਜਗਾਇਆ। ਪਹਿਲਾਂ ਜਗਾ ਕੇ ਉਸ ਮਹਾਤਮਾ ਨੇ ਕਿਹਾ, ਸਤਿਪੁਰਖ ਨੇ ਕਿਹਾ, ਕਹਿਣ ਲੱਗੇ ਬ੍ਰਾਹਮਣ ਦੇ ਦੀਵੇ ਨੂੰ ਕਹਿੰਦੇ ਹੁਣ ਸੁਣਾ, ਜਿਹੜਾ ਜਗਦਾ ਹੋਵੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਕਦੀ ਬੁਝੇ ਨੂੰ ਨਹੀਂ। ਇਹ ਚੜ੍ਹਦਾ ਸੂਰਜ ਬਣ ਗਿਆ, ਜਗਦਾ ਦੀਵਾ, ਸਲਾਮਾਂ ਇਹਨੂੰ ਹੋਣਗੀਆਂ। ਹੁਣ ਤੂੰ ਆਪਣੇ ਆਪ ਨੂੰ ਕਿਵੇਂ ਉੱਚ ਜਾਤੀ ਦਾ ਕਹੀ ਜਾਂਦਾ? ਪਰ ਕਹਿਣ ਲੱਗਾ ਮੈਂ ਹਾਂ ਆਇਆ ਇਸ ਵਾਸਤੇ ਵੀ ਤੁਹਾਡਾ ਝਗੜਾ ਨਿਬੇੜਨਾ ਹੈ। ਉਹਨੇ ਕੀਤਾ, ਕਹਿਣ ਲੱਗੇ ਦੋਨਾਂ ਦੀਵਿਆਂ ਨੂੰ ਨਾ ਉਹਨਾਂ ਦੇ ਮੂੰਹ ਜੋੜ ਦਿੱਤੇ, ਮੂੰਹ ਜੋੜ ਕੇ ਦੋਵਾਂ ਦੀ ਬੱਟੀ ਇੱਕ ਹੋ ਗਈ ਤੇ ਵਿੱਚੋਂ ਅੱਗ ਨਿਕਲੀ। ਦੋ ਦੀਵੇ ਇਸ ਤਰ੍ਹਾਂ ਜਦੋਂ ਆਪਾਂ ਜੋੜਾਂਗੇ ਨਾ ਮੂੰਹ ਉਹਨਾਂ ਦੇ ਮੂੰਹ ਜੁੜ ਗਏ, ਬੱਟੀ ਵਿੱਚੋਂ ਲਾਈਟ ਜਿਹੜੀ ਨਿਕਲੀ ਉਹ ਇੱਕੋ ਹੀ ਨਿਕਲੀ। ਉਹ ਰੱਬ ਦਾ ਪਿਆਰਾ ਭਗਤ ਕਹਿੰਦਾ, ਕਹਿਣ ਲੱਗਾ ਹੁਣ ਦੱਸੋਗਾ ਭਲਾ ਤੁਸੀਂ ਆ ਵੱਖਰੇ ਵੱਖਰੇ ਨੇ, ਤੁਹਾਡੇ ਵਿੱਚੋਂ ਇੱਕ ਲਾਈਟ ਜਿਹੜੀ ਨਿਕਲੀ, ਜੋਤ ਨਿਕਲੀ, ਉਹ ਤਾਂ ਇੱਕੋ ਹੀ ਨਿਕਲੀ ਆ ਦੋਨਾਂ ਵਿੱਚੋਂ, ਤੇ ਆਪਣੇ ਆਪ ਨੂੰ ਵੱਖਰੇ ਕਹਿੰਦੇ ਨੇ। ਉਹਨਾਂ ਨੇ ਕਿਤਾਬ ਦਾ ਨਾਂ ਇਸ ਕਰਕੇ ਰੱਖਿਆ ਇੱਕ ਦੋ ਦੀਵੇ ਇੱਕ ਜੋਤ। ਗੱਲ ਅਸਲ 'ਚ ਉਹਨਾਂ ਨੇ ਇਹ ਸਮਝਾਈ, ਹੇ ਮਨੁੱਖ, ਹੈ ਤਾਂ ਸਾਰੇ ਅੰਦਰ ਪ੍ਰਮਾਤਮਾ ਦੀ ਜੋਤ ਹੀ ਹੈ, ਅਸੀਂ ਵੱਖਰੀਆਂ ਵੱਖਰੀਆਂ ਵੰਡੀਆਂ ਪਾ ਕੇ ਆਪਣੇ ਆਪ ਨੂੰ ਕੋਈ ਕੁਝ ਤੇ ਕੋਈ ਕੁਝ ਕਹੀ ਜਾਂਦਾ ਹੈ। ਜਿਹੜਾ ਬੰਦਾ ਕੰਮ ਕਰਦਾ ਉਸ ਕੰਮ ਦੇ ਨਾਂ ਦੇ ਉੱਤੇ ਅਸੀਂ ਉਸ ਨੂੰ ਜਾਤ ਜੋੜ ਦਿੱਤੀ ਹੈ। ਚੰਮ ਦਾ ਕੰਮ ਕਰਨ ਵਾਲਾ ਸੀ ਚਮਿਆਰ ਕਹਿਣ ਲੱਗ ਪਏ, ਘੜਿਆਂ ਦਾ ਕੰਮ ਕਰਨ ਵਾਲਾ ਸੀ ਘੁਮਿਆਰ ਕਹਿਣ ਲੱਗ ਪਏ, ਸੋਨੇ ਦਾ ਕੰਮ ਕਰਨ ਵਾਲਾ ਸੀ ਸੁਨਿਆਰ ਕਹਿਣ ਲੱਗ ਪਏ, ਲੋਹੇ ਦਾ ਕੰਮ ਕਰਨ ਵਾਲਾ ਸੀ ਲੋਹਾਰ ਕਹਿਣ ਲੱਗ ਪਏ। ਗੱਲ ਤਾਂ ਉਹਨਾਂ ਨੇ ਜਿਹੜੇ ਕੰਮ ਕੀਤੇ ਉਹਨਾਂ ਕੰਮਾਂ ਤੋਂ ਅਸੀਂ ਉਹਨਾਂ ਦੇ ਨਾਂ ਪੈ ਗਏ। ਸਤਿਗੁਰੂ ਦੀ ਬਾਣੀ ਨੇ ਕਿਹਾ ਕਿ ਨਹੀਂ ਪਿਆਰਿਓ, ਉਹ ਕੰਮਾਂ ਦੇ ਨਾਂ ਉੱਤੇ ਜਿਹੜੇ ਨਾਂ ਪੈ ਗਏ ਉਹਨਾਂ ਦੇ, ਉਸ ਜਾਲ ਦੇ ਕਰਕੇ ਨਫ਼ਰਤ ਨਾ ਕਰੋ, ਉਹਨਾਂ ਅੰਦਰ ਵੀ ਪ੍ਰਮਾਤਮਾ ਵਰਤਾ। ਆਓ ਸਤਿਗੁਰੂ ਦੀ ਬਾਣੀ ਦਾ ਆਪਾਂ ਵਿਚਾਰ ਕਰ ਰਹੇ ਹਾਂ। ਭਗਤ ਜੀ ਕਹਿੰਦੇ ਨੇ, ਹੇ ਪ੍ਰਮਾਤਮਾ, ਤੇਰੇ ਤੋਂ ਬਿਨਾਂ ਕੌਣ ਕਿਰਪਾ ਕਰ ਸਕਦਾ ਸੀ, ਤੇਰੇ ਤੋਂ ਬਿਨਾਂ ਰਹਿਮਤ ਕੌਣ ਵਰਤਾ ਸਕਦਾ ਸੀ। ਗੁਰੂ ਨਾਨਕ ਸਾਹਿਬ ਦਾ ਸ਼ਬਦ ਯਾਦ ਆ ਗਿਆ ਤਿਲੰਗ ਰਾਗ ਵਿੱਚੋਂ। ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ। ਵੇਖੋ, ਤਰਕ ਵੀ ਕਰਨਾ ਹੋਵੇ ਨਾ, ਤੇ ਤਰਕ ਵੀ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਜਿਹਦੇ ਵਿੱਚ ਦਲੀਲ ਬੜੀ ਠੋਸ ਹੋਵੇ। ਠੋਸ ਦਲੀਲ ਹੋਏਗੀ ਤੇ ਅਗਲੇ ਦੀ ਤਸੱਲੀ ਪੂਰੀ ਹੋ ਜਾਏਗੀ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਇੰਨੀ ਨਫ਼ਰਤ, ਇੰਨਾ ਜਾਤ ਪਾਤ ਦਾ ਬੋਲ ਬਾਲਾ, ਇੰਨੀ ਊਚ ਨੀਚ ਛੂਤ ਛਾਤ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 6 ਉਦਾਹਰਨਾਂ ਦਿੱਤੀਆਂ, ਕਮਾਲ ਕਰ ਦਿੱਤੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹਨਾਂ ਬਾਰੇ ਤੇ ਕਦੇ ਕੋਈ ਨਹੀਂ ਬੰਦਾ ਕਹਿੰਦਾ ਵੀ ਇਹਨਾਂ ਨੂੰ ਅਸੀਂ ਨਹੀਂ ਵਰਤਣਾ ਜੀ, ਸ਼ੂਦਰ ਦੇ ਘਰੋਂ ਆਈਆਂ, ਇਹਨੂੰ ਹੱਥ ਲੱਗ ਗਿਆ ਸ਼ੂਦਰ ਦਾ। ਉਹ ਕਿਹੜੀਆਂ ਨੇ? ਕੇਸਰ, ਕੁਸਮ,
ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਚਾਰ ਚੀਜ਼ਾਂ ਹੋ ਗਈਆਂ। ਕੇਸਰ, ਕੇਸਰ ਆਪਾਂ ਸਮਝ ਗਏ ਸਾਰੇ। ਕੇਸਰ ਕੁਸਮ, ਕੁਸਮ ਕਹਿੰਦੇ ਨੇ ਫੁੱਲ ਨੂੰ। ਮਿਰਗ ਮੈਂ, ਮਿਰਗ ਕਹਿੰਦੇ ਨੇ ਮਿਰਗ ਦੇ ਅੰਦਰੋਂ ਨਿਕਲੀ ਹੋਈ ਕਸਤੂਰੀ ਜਿਹਨੂੰ ਆਪਾਂ ਕਹਿੰਦੇ। ਕੋਈ ਹਰ ਮਿਰਗ ਦੇ ਵਿੱਚ ਨਹੀਂ ਹੁੰਦੀ, ਵੱਖਰੇ ਵੱਖਰੀਆਂ ਜਾਤਾਂ ਦੇ ਨੇ, ਉਹਨਾਂ ਦੀ ਨਸਲ ਵੱਖਰੀ ਵੱਖਰੀ ਹੈ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੇਸਰ ਹੋਵੇ, ਫੁੱਲ ਹੋਵੇ, ਕਸਤੂਰੀ ਹੋਵੇ, ਹਰਨਾ ਕਹਿੰਦੇ ਨੇ ਸੋਨੇ ਨੂੰ। ਇੱਥੇ ਹਰਨ ਦਾ ਅਰਥ ਹਿਰਨ ਨਹੀਂ, ਸੋਨਾ। ਸਤਿਗੁਰੂ ਕਹਿੰਦੇ ਨੇ ਸੋਨੇ ਦੀ ਕੋਈ ਜਾਤ ਨਹੀਂ। ਕਦੇ ਸੁਨਿਆਰਾ ਕਦੇ ਨਹੀਂ ਕਹੇਗਾ ਜਦੋਂ ਕੋਈ ਸੋਨਾ ਲੈ ਕੇ ਜਾਵੇ ਵੀ ਤੂੰ ਕਿਹੜੀ ਜਾਤ ਦਾ ਹੈ, ਤੂੰ ਸ਼ੂਦਰ ਹੈ, ਪਰ ਰੱਖ ਆਪਣਾ ਸੋਨਾ, ਕਦੇ ਕਹਿੰਦਾ। ਉਤੋਂ ਬ੍ਰਾਹਮਣ ਖਰੀਦਣ ਚਲਿਆ ਜਾਵੇ, ਇਹ ਦਿਨ ਜਾ ਕੇ ਸੁਨਿਆਰੇ ਨੂੰ ਪੁੱਛਦਾ ਜੀ ਜਿਹੜਾ ਸ਼ੂਦਰ ਦੇ ਕੋਲੋਂ ਘਰੋਂ ਸੋਨਾ ਆਇਆ ਮੈਨੂੰ ਉਹ ਨਾ ਦਿਓ ਜੀ, ਕਦੀ ਪੁੱਛਦਾ? ਕਦੀ ਨਹੀਂ ਕਹਿੰਦਾ। ਸੋਨਾ ਤੇ ਸੋਨਾ ਹੀ ਹੈ ਨਾ। ਸਤਿਗੁਰੂ ਕਹਿੰਦੇ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਸਾਰਿਆਂ ਦੇ ਸਰੀਰ ਤੇ ਚੜ੍ਹਦੀਆਂ ਨੇ ਚੀਜ਼ਾਂ, ਸਾਰੇ ਵਰਤਦੇ ਨੇ ਇਸ ਨੂੰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਚੰਦਨ ਭਗਤਾ ਜੋਤ ਅਰੇਹੀ ਸਰਬੈ ਪਰਮਲ ਕਰਨਾ। ਜਿਵੇਂ ਚੰਦਨ ਜਿਹੜਾ ਵੀ ਮਰਜ਼ੀ ਨੂੰ ਵਰਤ ਸਕਦਾ, ਕੋਈ ਨਹੀਂ ਇਹਦੇ ਬਾਰੇ ਕਹਿੰਦਾ ਵੀ ਇਹ ਸ਼ੂਦਰ ਨੇ ਹੱਥ ਲਾਤੇ ਕਿ ਨਹੀਂ ਲਾਏ, ਬ੍ਰਾਹਮਣ ਨੇ ਲਾਏ ਕਿ ਨਹੀਂ ਲਾਏ। ਉਹ ਵੀ ਜਿਵੇਂ ਸਭ ਨੂੰ ਸੁਗੰਧੀ ਦਿੰਦਾ, ਭਗਤ ਵੀ ਆਪਣੀ ਸੁਗੰਧੀ ਬਖਸ਼ਦਾ ਹੈ। ਅਗਲਾ ਭਜਨ ਸਤਿਗੁਰੂ ਮਹਾਰਾਜ ਜੀ ਕਹਿੰਦੇ ਘੇ ਪਟ ਭਾਂਡਾ ਕਹੈ ਨਾ ਕੋਏ। ਘੇ ਪਟ ਭਾਂਡੇ ਦਾ ਅਰਥ ਹੋ ਗਿਆ ਜਿਸ ਭਾਂਡੇ ਵਿੱਚ ਘਿਓ ਪਾਇਆ ਜਾਂਦਾ ਹੈ। ਸਾਧ ਸੰਗਤ ਜੀ, ਅੱਜ ਵਾਲਾ ਸਮੇਂ ਦੀ ਉਦਾਹਰਨ ਨਹੀਂ ਹੈ, ਇਹ ਸਮੇਂ ਪੁਰਾਤਨ ਦੀ ਉਦਾਹਰਨ ਹੈ। ਜਦੋਂ ਚੰਮ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੋਂ ਬਰਤਨਾਂ ਦੇ ਵਿੱਚ ਜਿਹੜਾ ਘਿਓ ਪਾਇਆ ਜਾਂਦਾ ਸੀ, ਚੰਮ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੋਂ ਚੰਮ ਦੇ ਕੁੱਪੇ ਬਣਾਏ ਜਾਂਦੇ ਸਨ, ਉਹਨਾਂ ਕੁੱਪਿਆਂ ਵਿੱਚ ਘਿਓ ਪਾਇਆ ਜਾਂਦਾ ਸੀ। ਚੰਮ ਦੇ ਬਣੇ ਵਿੱਚ ਪਾਇਆ ਹੋਇਆ ਘਿਓ ਬ੍ਰਾਹਮਣ ਵੀ ਵਰਤਦਾ ਹੈ। ਉਹ ਨਹੀਂ ਕਹਿੰਦਾ ਵੀ ਇਹ ਤੇ ਚਮੜੇ ਦਾ ਬਣਿਆ ਹੋਇਆ। ਇੱਕ ਮਨੁੱਖ ਜਿਹੜਾ ਹੈ ਉਹਦੇ ਨਾਲ ਤੇ ਨਫ਼ਰਤ ਕਰਦਾ, ਪਰ ਚੰਮ ਤੋਂ ਬਣੀ ਚੀਜ਼ ਨਾਲ ਨਫ਼ਰਤ ਨਹੀਂ ਕਰਦਾ। ਕਿਉਂ? ਕਿਉਂਕਿ ਘਿਓ ਕੀਮਤੀ ਬੜਾ ਹੈ। ਉਹ ਘਿਓ ਦੇ ਨਾਲ ਕੋਈ ਨਫ਼ਰਤ ਨਹੀਂ, ਕੋਈ ਜਾਤ ਪਾਤ ਨਹੀਂ। ਸਤਿਗੁਰੂ ਨੇ ਉਦਾਹਰਨਾਂ ਦਿੱਤੀਆਂ, ਕਮਾਲ ਕਰ ਦਿੱਤੀ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਪੱਟ ਭਾਂਡਾ, ਪੱਟ ਕਹਿੰਦੇ ਰੇਸ਼ਮ ਨੂੰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕੱਪੜੇ ਬਾਰੇ ਕੁਝ ਨਹੀਂ ਕੋਈ ਕਹਿੰਦਾ। ਜਦੋਂ ਕੱਪੜਾ ਦੁਕਾਨ ਤੋਂ ਲੈਣ ਜਾਈਏ, ਕੋਈ ਇਹ ਤਾਂ ਨਹੀਂ ਕਹਿੰਦਾ ਵੀ ਇਸ ਕੱਪੜੇ ਨੂੰ ਸ਼ੂਦਰ ਦਾ ਹੱਥ ਨਹੀਂ ਲੱਗਾ ਕਦੇ, ਇਹ ਸ਼ੂਦਰ ਦੇ ਘਰੋਂ ਤਾਂ ਨਹੀਂ ਆਇਆ ਕਦੇ। ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਨਫ਼ਰਤ ਕਰਦੇ ਹੋ ਸਰੀਰਾਂ ਨਾਲ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਚੰਦਨ ਭਗਤਾ ਜੋਤ ਅਰੇਹੀ ਸਰਬੈ ਕਰਮ ਪਰਮਲ ਕਰਨਾ। ਕੇ ਪਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ। ਕਿਸੇ ਵੀ ਜਾਤ ਵਰਨ ਵਿੱਚ ਰੱਬ ਦਾ ਪਿਆਰਾ ਭਗਤ ਹੋ ਸਕਦਾ, ਤੇਰੇ ਨਾਮ ਨਿਵੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਹੇ ਪ੍ਰਮਾਤਮਾ, ਜਿਹੜੇ ਤੇਰੇ ਰੱਬ ਨਾਮ ਦੇ ਵਿੱਚ ਜੁੜੇ ਨੇ, ਮੈਨੂੰ ਉਹਨਾਂ ਦੇ ਦਰ ਤੋਂ ਨਾਮ ਦੀ ਭਿੱਖਿਆ ਦੇ ਦੇ। ਖੈਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੇ ਨੇ। ਜਦੋਂ ਅਸੀਂ ਭਗਤਾਂ ਦੀ ਗੱਲ ਕਰਦੇ ਹਾਂ ਨਾ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਹੋਏ, ਨਾਮਦੇਵ ਜੀ ਹੋਏ, ਸੁਭਾਅ ਆਪਣੇ ਆਪਣੇ ਹੁੰਦੇ ਨੇ। ਮੇਰੀ ਇੱਕ ਬੇਨਤੀ ਕਰਨ ਲੱਗਾ, ਸਮਝਿਓ ਜੀ, ਆਪਣੇ ਆਪਣੇ ਸੁਭਾਅ ਹੁੰਦੇ ਆ। ਕਈਆਂ ਦਾ ਸੁਭਾਅ ਹੁੰਦਾ ਕੋਈ ਗੱਲ ਕਰੇ ਆਪਾਂ ਟਾਲ ਦਿੰਦੇ, ਆਪਾਂ ਕਹਿੰਦੇ ਚਲੋ ਛੱਡੋ ਪਰਾਂ, ਕੀ ਆਪਾਂ ਲੈਣਾ। ਕਈਆਂ ਦਾ ਸੁਭਾਅ ਹੁੰਦਾ ਗੱਲ ਕਰਕੇ ਅਗਲਾ ਕਹਿੰਦਾ ਜਾਵੇ ਕਿੱਥੇ। ਭਗਤ ਕਬੀਰ ਸਾਹਿਬ ਦਾ ਕੁਝ ਇਹੋ ਜਿਹਾ ਸੁਭਾਅ ਹੈ। ਉਹ ਕਹਿੰਦੇ ਤੂੰ ਗੱਲ ਕਰਕੇ ਚੱਲਿਆ ਕਿੱਥੇ ਹੈ, ਤੂੰ ਮੈਨੂੰ ਸ਼ੁੱਧਰ ਸ਼ੁੱਧਰ ਕਹੀ ਜਾਂਦਾ, ਜਲਾਇਆ ਕਹੀ ਜਾਂਦਾ, ਨੀਚ ਨੀਚ ਕਹੀ ਜਾਂਦਾ, ਮੇਰੀ ਬਹਿ ਕੇ ਗੱਲ ਸੁਣ ਜਰਾ। ਭਗਤ ਕਬੀਰ ਸਾਹਿਬ ਜੀ ਉਹ ਰੋਹ ਵਿੱਚ ਆਏ ਨੇ। ਰੋਹ ਦਾ ਮਤਲਬ ਵੀ ਰਸ ਵਿੱਚ ਆਏ ਨੇ। ਵੀ ਰਸ ਵਿੱਚ ਆ ਕੇ ਕਹਿੰਦੇ ਨੇ ਤੂੰ ਸਾਨੂੰ ਸ਼ੁੱਧਰ ਸ਼ੁੱਧਰ ਕਿਉਂ ਕਹਿਣਾ ਵਾ, ਤੇਰਾ ਤੇ ਮੇਰਾ ਫਰਕ ਕੀ ਹੈ ਮੈਨੂੰ ਦੱਸ। ਰਵਿਦਾਸ ਭਗਤ ਤਾਂ ਕਹਿ ਦਿੰਦੇ ਨੇ ਕੋਈ ਨਹੀਂ ਪ੍ਰਮਾਤਮਾ ਜਿਵੇਂ ਤੇਰੀ ਮਰਜ਼ੀ ਹੈ, ਠੀਕ ਹੈ। ਕਬੀਰ ਸਾਹਿਬ ਨੂੰ ਜਦੋਂ ਕਿਹਾ ਤੇ ਕਬੀਰ ਸਾਹਿਬ ਨੇ ਡੰਕੇ ਦੀ ਚੋਟ ਉੱਤੇ ਕਿਹਾ, ਕਹਿਣ ਲੱਗੇ ਗੱਲ ਸੁਣ ਕੇ ਜਾ ਮੇਰੀ। ਤਰਕ ਬੜਾ ਜ਼ਬਰਦਸਤ ਹੈ। ਕਹਿਣ ਲੱਗੇ ਮਾਤ ਗਰਭ ਮੈਂ ਕੁਲ ਨਹੀਂ ਜਾਤੀ, ਤੂੰ ਸਾਨੂੰ ਕਹਿਣਾ ਆਹ ਕੁਲ ਵਿੱਚ ਹੋ ਗਿਆ, ਇਸ ਕੁਲ ਵਿੱਚੋਂ ਆ ਗਿਆ, ਆਹ ਤੇਰੀ ਜਾਤ ਹੈ। ਮੈਨੂੰ ਦੱਸ ਉਦੋਂ ਮਾਤਾ ਦੇ ਗਰਭ ਵਿੱਚ ਤੂੰ ਵੀ ਪਲਦਾ ਸੀ ਤੇ ਮੈਂ ਵੀ ਪਲਦਾ ਸੀ, ਉੱਥੇ ਕਿਹੜੀ ਜਾਤ ਸੀ ਤੇਰੀ ਤੇ ਮੇਰੀ। ਹੁਣ ਦੇਖਿਓ ਸਾਧ ਸੰਗਤ ਜੀ, ਦਲੀਲਾਂ ਵੇਖੋ ਕਿੱਡੀਆਂ ਕਮਾਲ ਦੀਆਂ ਨੇ। ਕਹਿਣ ਲੱਗੇ ਮਾਤ ਗਰਭ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿਨ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕਬ ਕੇ ਹੋਏ। ਕਦੋਂ ਕਦਾ ਤੂੰ ਬ੍ਰਾਹਮਣ ਬਣ ਗਿਆ ਮੈਨੂੰ ਦੱਸ। ਇੱਕ ਧਿਆਨ ਰੱਖਿਓ ਜੀ, ਜਦੋਂ ਮੈਂ ਬ੍ਰਾਹਮਣ ਦੇ ਪੰਡਤ ਸ਼ਬਦ ਵਰਤ ਰਿਹਾ, ਇਹਦਾ ਮਤਲਬ ਅਸੀਂ ਕਿਸੇ ਧਰਮ ਤੇ ਅਟੈਕ ਨਹੀਂ ਕਰ ਰਹੇ। ਇਹ ਉਹ ਜਿਹੜੇ ਮੁਖੀ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਜਿਹਨੂੰ ਅਸੀਂ ਵਿਦਵਾਨ ਕਹਿੰਦੇ ਹਾਂ। ਪੰਡਤ ਦਾ ਅਰਥ ਵਿਦਵਾਨ ਹੈ, ਬ੍ਰਾਹਮਣ ਦਾ ਅਰਥ ਵਿਦਵਾਨ ਹੈ। ਉਹ ਜਿਹੜੇ ਵਿਦਵਾਨੀ ਜਿਹੜੇ ਸਨ, ਜਿਨ੍ਹਾਂ ਦਾ ਫਰਕ ਸੀ ਲੋਕਾਂ ਅੰਦਰ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਸਰਬਤਾ ਦੀ ਗੱਲ ਹੈ, ਮਨੁੱਖਤਾ ਦੀ ਗੱਲ ਹੈ, ਭਲੇ ਦੀ ਗੱਲ, ਉਹ ਬਚਾਉਣੀ, ਪਰ ਉਹਨਾਂ ਨਫ਼ਰਤ ਪੈਦਾ ਕਰਤੀ, ਉਹਨਾਂ ਦੀ ਗੱਲ ਹੋ ਰਹੀ ਹੈ। ਭਗਤ ਜੀ ਕਹਿੰਦੇ ਨੇ, ਕਬੀਰ ਸਾਹਿਬ ਜੀ ਕਹਿੰਦੇ ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਹੋਏ। ਕਿਉਂ ਆਪਣੇ ਆਪ ਨੂੰ ਬ੍ਰਾਹਮਣ ਬ੍ਰਾਹਮਣ ਕਹਿ ਕੇ ਆਪਣਾ ਜਿਹੜਾ ਹੈ ਸਾਸਕ ਜੀਵਨ ਖਰਾਬ ਕਰ ਰਹੇ। ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਏ ਨੇ, ਉਹ ਕਹਿੰਦੇ ਮੈਨੂੰ ਇਹ ਦੱਸ
कि कौरे पंडित बामण कब के हुए, बामण कह के जन्मत हुए, जो तो ब्राह्मण ब्राह्मणी जाया तो आन बाढ़ काहे नहीं आया। तेरा ते मेरा जन्म लैण वाला परमात्मा वाहिगुरू ने ढंग तरीका एक ही बनाया है। ये नहीं कि तेरे वास्ते जन्म तू जिहड़ा जन्म लिया तो तेरे वास्ते परमात्मा ने कोई होर विधि विधान बनाया होवे ते मेरे वास्ते होर बनाया होवे। तर्क दा बड़ा जबरदस्त है ना। कबीर साहब कहते जो तू ब्राह्मण ब्राह्मण जाया तो आन बाढ़ काहे नहीं आया। अगली गल कह लगे मैनू अपनी बांह फड़ा जरा उरे। वो कहता मेरी बांह फड़ के करना, कहता तेरी बांह फड़ के मैं उत्ते करद मारनी है, लहू कढ़ना तेरा। वो कहता मेरा लहू काहदे वास्ते कढ़ना, कहना तेरे भी लहू कढ़ांगा ते अपना भी लहू कढ़ांगा। मैं लहू कढ़ के अज वेखना है तेरे विचों किहो जिहा निकलदा, चिट्टा निकलदा मेरे चों लाल, जां तेरे चों हरिया ते मेरे चों नीला निकलना। वो बांह छडाउंदा कबीर साहब कहंदे इदां नहीं गल बननी। हुण बांह छडा के किधर चले आए, कहण लगे मैं देखना कि तेरे मेरे विच लहू किदां दा है। तुम कत ब्राह्मण हम कत सूद, तू ब्राह्मण तो मैनू शूद्र कहना। तुम कत हम कत लोह तुम कत दूध, मेरे विच लहू तेरे विच दुध नहीं निकलना, तेरे विचों भी खून ही निकलेगा। वो कहता कबीर साहब मैनू ये दस दे, चलो तेरिया गल्लां तो सारियां दलील वालियां ने, पर यह दस भी तू मनदा भी है किसी ब्राह्मण नूं कि नहीं मनदा। कहता मनदा। कहता किहड़े नूं? कहो कबीर जो ब्रह्म विचारे। देखो उन्हें नफरत नहीं की, गल समझा के कहता मैं मनदा। पर किनू मनदा? जिहड़ा ब्रह्म दी विचार करने वाला, जिहड़ा ये मन्ने कि सारियां विच परमात्मा मैं मनदा हूं। कहो कबीर जो ब्रह्म विचारे सो ब्राह्मण कईयत है हमारे। साडे विच तां ओनू ब्राह्मण कहंदे जिहड़ा रब परमात्मा वाहिगुरू नूं सारियां जगह ते जानदा। आओ शब्द दी समाप्ति करिए। भगत जी कह रहे ने ऐसी लाल तुझ बिन कौन करे, गरीब नवाज गुसाइयां मेरा, माथा छत्र तरै जां की शोत, जगत को लागै तां पर तू ही ढरै। हे परमात्मा जिन्हों छुआ छात करके लोग कहते सी भी सानू हथ ना लग जाए इहदा, उहदे सिर ते छत्र झुला देना, ये तेरे तो बिना कौन कर सकता सी। तेरे तो बिना केड़ा खेड वरता सकता सी, सिरां ते छत्र कौन चलवा सकता सी। परमात्मा भगत जी कहते हैं हे वाहिगुरू परमात्मा तेरी कृपा तो खेड बिना खेड नहीं सी वर सकती। जा की शोध जगत को लागे तां पर तू ही ढरै, नीच ऊंच करे मेरा गोबिंद। हे परमात्मा तू नीवियां तो उच्चे करने वाला तू है, काहू ते ना डर है। वो डरदा नहीं किसी तो परमात्मा, तू किसी तो डरदा नहीं। तो जिन्हों रहमत वरताउणी है वरता देनी है। भगत जी कहते हैं मेरे कलियां ने थोड़ा कृपा की, तू कईयां ते कर चुकिया है, ना गिने ना 5 जने दे नाम गिन दिते, कह लगे इन्हां ते भी तेरी कृपा वरती है। नामदेव, कबीर, त्रिलोचन, सदना, सैन, तरै। कबीर साहब आ गए, नामदेव जी आ गए, त्रिलोचन जी आ गए, सदना जी आ गए ते सैन जी। इन्हां दी 5 भगतां दी बाणी गुरु ग्रंथ साहिब विच दर्ज है। भगत रविदास जी कहते हैं नामदेव, कबीर, त्रिलोचन, सदना, सैन, तरै। कह रविदास सुनो रे संतो, ओ सुनो रब दे प्यारिओ, हर जीओ ते सब है सरे। परमात्मा वाहिगुरू सब दी सार करने वाला है, संभाल करने वाला है, सब ते रहमतां वरताउण वाला। इस करके उस परमात्मा वाहिगुरू परमेश्वर दा जेड़ा भी नाम जपेगा, बाणी कहंदी जिस नीच को कोई ना जानै, नाम जप तो चौं कुंट मानै। जिन्हों कोई नहीं जानता रब दे नाम नाल जुड़ जाए, सारा जगत सारा संसार उन्हें जानन लग पैंदा है। भगत रविदास जी का शब्द असीं विचारिया है, जिहदे विच उन्होंने कृपा की है कि हे वाहिगुरू परमात्मा, हे मेरे लाल मेरे प्यारे, तेरे तो बिना खेड नहीं सी वरतनी, तू कृपा की है। सानू तां लोकी शूद्र ते नीच कही जाते सन, पर तेरी कृपा दे नाल अज विपर प्रधान भी आके डंडौतां करते हैं। शब्द सानू ये सिक्ख्या दिंदा है, साडे मनां विच किसी प्रति भी किसी तरह की कोई नफरत नहीं होनी चाहिए। असी कोई जात पात ऊच नीच छूत छात सिख धर्म में तो वैसे है भी नहीं है। लंगर चलता आप कभी पुछते हैं भी किहड़ी जात है, पंगत है, संगत पंगत का सिद्धांत गुरु साहब ने बख्शिश करके होर भी रहमत वरता दी। पर फिर भी साडे मनां दे अंदर कभी भी नफरत नहीं होनी चाहिए। जे नफरत आई फिर अरदास भगत जी का शब्द पढ़न का कोई लाभ नहीं होना, बाणी पढ़न का फायदा नहीं होना। तां लाभ ते फायदा बाणी कहती है सा जात सा पत है जे है कर्म कमाए। कर्मां के आधार के उत्ते सारी गल निपटदी है। सतगुरु कृपा करन, गरीब नवाज पातशाह सानू सारिਆਂ ਨੂੰ सोची बख्शिश करन तां कि इस गल की समझ आ जाए कि असीं सारे इक्को ही हाँ, भरा हाँ, इक्को जोत परमात्मा ने साडे सारिਆਂ विच वरतदी पई है कि असीं मनुखता दे भले वास्ते यतन करते रहिए, सारी मनुखता विच परमात्मा की जोत नूं देख सकीए। ऐसी सतगुरु कृपा करे। होईयां बेअंत भुलां दी मुआफ़ी अगे तो सतगुरु जी समर्थ बख्शिश करन। गुरु ग्रंथ साहिब जी का कोटान कोट
शुक्र। आप सारिया संगतां दा बहुत बहुत धन्नवाद। जिस परिवार ने अज सेवा की उस परिवार का भी बहुत बहुत धन्नवाद है जी। आओ साध संगत 6 पौड़ियां आनंद सब का पाठ करके गुरु चरणों च अरदास करांगे। भुल चुक दी खिमा प्यार से ताको जी। वाहिगुरू जी का खालसा वाहिगुरू जी की फतेह।